सतनाम श्री वाहेगुरु साहिब जीओ। परम सन्मानियो गुरु रूप गुरु खालसा साध संगत जी, वाहेगुरु जी का खालसा वाहेगुरु जी की फतेह। दोष ना दीजै काहू लोग, जो कमावण सोई भोग। ਜਦੋਂ ਜੀਵ ਪਦਾਰਥਾਂ ਦੇ ਸਵਾਦ ਵਿੱਚ ਲੱਗ ਕੇ ਅਤੇ ਅਹੰਕਾਰ ਵਿੱਚ ਆ ਕੇ ਮੰਦ ਕਰਮ ਕਰ ਬੈਠਦਾ ਹੈ, ਤਾਂ ਜਦੋਂ ਉਸ ਦਾ ਫਲ ਦੁੱਖ ਰੂਪ ਹੋ ਕੇ ਪ੍ਰਾਪਤ ਹੁੰਦਾ ਹੈ ਤਾਂ ਸੰਸਾਰ ਦੀ ਰਚਨਾ ਕਰਨ ਵਾਲੇ ਵਾਹਿਗੁਰੂ ਨੂੰ ਦੋਸ਼ ਦਿੰਦਾ ਹੈ, ਪਰ ਉਸ ਪਰਮੇਸ਼ਰ ਨੂੰ ਦੋਸ਼ ਦੇਣਾ ਯੋਗ ਨਹੀਂ। ਸਾਧ ਮੋਹੇ ਲਾਦੀ ਅਹੰਕਾਰੇ, ਦੋਸ਼ ਨਾਹੀ ਪ੍ਰਭ ਕਰਨਾ ਹਾਰੇ। ਗੁਰਬਾਣੀ ਦੇ ਇਸ ਸਿਧਾਂਤ ਦੇ ਨਾਲ ਮਿਲਦੀ ਇੱਕ ਪੁਰਾਤਨ ਸਮੇਂ ਦੀ ਸਾਖੀ ਹੈ। ਇੱਕ ਦਿਵਯੋਦਾਸ ਨਾਮ ਕਰਕੇ ਬ੍ਰਾਹਮਣ ਹੋਇਆ ਹੈ, ਜੋ ਵਿਦਵਤਾ ਭਰਪੂਰ ਚੰਗੇ ਆਚਰਣ ਵਾਲਾ ਸੀ। ਇਸ ਖਟਕਰਮੀ ਬ੍ਰਾਹਮਣ ਦੇ ਪ੍ਰਭਾਵ ਨੂੰ ਲੋਕੀ ਕਬੂਲਦੇ ਸਨ। ਪਰਿਵਾਰ ਵਿੱਚ ਵੀ ਇਸ ਦੇ ਜੀਵਨ ਦਾ ਭੈ ਸੀ। ਇਸ ਦੇ ਘਰ ਇੱਕ ਲੜਕੀ ਪੈਦਾ ਹੋਈ। ਪੈਦਾ ਹੋਣ ਵਾਲੇ ਹਰ ਬੱਚੇ ਦੇ ਆਪਣੇ ਸੰਸਕਾਰ ਹੋਇਆ ਕਰਦੇ ਹਨ, ਜੋ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਸੰਸਕਾਰ ਹਨ ਜਿਨ੍ਹਾਂ ਦਾ ਰੂਪ ਕੱਚਾ ਮੰਨਿਆ ਹੈ, ਦੂਜੇ ਉਹ ਸੰਸਕਾਰ ਹਨ ਜੋ ਦ੍ਰਿੜ ਭਾਵ ਪੱਕੇ ਸੰਸਕਾਰ ਕਹੇ ਜਾਂਦੇ ਹਨ। ਜੀਵ ਦਾ ਜਨਮਾਂ ਜਨਮਾਂਤਰਾਂ ਦਾ ਇਕੱਠਾ ਕੀਤਾ ਸੰਸਕਾਰਾਂ ਦਾ ਧਨ ਹੈ। ਦ੍ਰਿੜ ਸੰਸਕਾਰ ਪਿਛਲੇ ਜਨਮਾਂ ਦੇ ਭਾਵੇਂ ਚੰਗੇ ਹੋਣ ਭਾਵੇਂ ਮੰਦੇ, ਪਰ ਇਹ ਬਦਲਿਆ ਨਹੀਂ ਕਰਦੇ। ਜਿਵੇਂ ਹਰ ਇੱਕ ਚੀਜ਼ ਦੇ ਪੈਦਾ ਹੋਣ ਵਿੱਚ ਵੱਖਰਾ ਵੱਖਰਾ ਨਿਯਮ ਹੈ ਅਤੇ ਉਸ ਨਿਯਮ ਅਧੀਨ ਹੀ ਹਰ ਇੱਕ ਚੀਜ਼ ਪੈਦਾ ਹੁੰਦੀ ਹੈ, ਇਸੇ ਤਰ੍ਹਾਂ ਸੰਸਕਾਰ ਪੈਦਾ ਹੋਣ ਦੀ ਇਹ ਰੀਤ ਹੈ ਕਿ ਕਿਸੇ ਵੀ ਕਰਮ ਨੂੰ ਬਾਰ-ਬਾਰ ਕਰਨ ਨਾਲ ਸੁਭਾਅ ਬਣਦਾ ਹੈ। ਪਹਿਲਾਂ ਇਹ ਸੁਭਾਅ ਕੱਚੇ ਰੂਪ ਵਿੱਚ ਹੁੰਦਾ ਹੈ, ਉਦੋਂ ਉਸ ਨੂੰ ਕੱਚੇ ਸੰਸਕਾਰ ਕਿਹਾ ਜਾਂਦਾ ਹੈ। ਜਦੋਂ ਉਹ ਸੁਭਾਅ ਪੱਕ ਜਾਵੇ ਤਾਂ ਉਸ ਦੇ ਸੰਸਕਾਰ ਇਤਨੇ ਦ੍ਰਿੜ ਹੋ ਜਾਂਦੇ ਹਨ ਕਿ ਜਨਮ ਬਦਲਣ 'ਤੇ ਵੀ ਨਹੀਂ ਬਦਲਦੇ। ਗਿਆਨ ਦੀ ਸੂਖਮ ਅੰਸ਼ ਦਾ ਨਾਮ ਸੰਸਕਾਰ ਹੈ। ਇਹ ਸੰਸਕਾਰ ਇੱਕ ਜਨਮ ਤੋਂ ਦੂਸਰੇ ਤੋਂ ਅਨੇਕਾਂ ਜਨਮਾਂ ਤੱਕ ਅਸਰ ਕਰਦੇ ਹਨ। ਇਸ ਲਈ ਜਦ ਜੀਵ ਜਨਮ ਲੈਂਦਾ ਹੈ, ਕੁਝ ਸੰਸਕਾਰ ਉਸ ਦੇ ਆਪਣੇ ਹੁੰਦੇ ਹਨ, ਕੁਝ ਮਾਤਾ ਦੇ ਪੇਟ ਵਿੱਚ, ਕੁਝ ਪਿਤਾ ਦੇ ਵਿਹੜੇ ਵਿੱਚ, ਕੁਝ ਅਧਿਆਪਕਾਂ ਕੋਲੋਂ ਨਵੇਂ ਸੰਸਕਾਰ ਬਣਦੇ ਹਨ। ਸੋ ਇਸ ਬ੍ਰਾਹਮਣ ਦਿਵਯੋਦਾਸ ਨੇ ਯਤਨ ਕੀਤਾ ਕਿ ਮੈਂ ਆਪਣੀ ਲੜਕੀ ਨੂੰ ਧਾਰਮਿਕ ਸੰਸਕਾਰ ਦਿਆਂ, ਜਿਸ ਕਰਕੇ ਮੇਰੀ ਬੇਟੀ ਧਰਮ ਵਿੱਚ ਪ੍ਰਪੱਕ ਹੋ ਕੇ ਲੋਕਾਂ ਲਈ ਇੱਕ ਮਿਸਾਲ ਬਣ ਜਾਏ। ਕਿਉਂਕਿ ਨੇਕ ਸੰਤਾਨ ਦਾ ਜਸ ਮਾਤਾ ਪਿਤਾ ਨੂੰ ਜਾਇਆ ਕਰਦਾ ਹੈ ਅਤੇ ਭੈੜੀ ਸੰਤਾਨ ਦਾ ਅਪਜਸ ਵੀ ਮਾਤਾ ਪਿਤਾ ਨੂੰ ਹੀ ਜਾਂਦਾ ਹੈ। ਇਸ ਲਈ ਚੰਗੇ ਮਾਤਾ ਪਿਤਾ ਆਪਣੀ ਸੰਤਾਨ ਨੂੰ ਵੀ ਚੰਗੀ ਬਣਾਉਣ ਦੇ ਯਤਨਾਂ ਵਿੱਚ ਰਹਿੰਦੇ ਹਨ। ਇਸ ਬ੍ਰਾਹਮਣ ਨੇ ਵੀ ਇਹ ਯਤਨ ਆਰੰਭਿਆ ਤਾਂ ਪਿਛਲੇ ਜਨਮਾਂ ਦੇ ਭੈੜੇ ਦ੍ਰਿੜ ਸੰਸਕਾਰਾਂ ਦੇ ਕਾਰਨ ਇਹ ਲੜਕੀ ਉੱਪਰੋਂ ਧਰਮੀ ਹੋਣ ਦਾ ਦਿਖਾਵਾ ਕਰਦੀ ਰਹੀ ਕਿ ਮੇਰਾ ਪਿਤਾ ਨਾਰਾਜ਼ ਨਾ ਹੋਵੇ। ਸਰੀਰ ਦੇ ਜਵਾਨ ਹੋਣ ਨਾਲ ਇਸ ਦੀਆਂ ਭੈੜੀਆਂ ਵਾਸ਼ਨਾ ਵੀ ਜਵਾਨ ਹੋ ਗਈਆਂ। ਇਸ ਦੀਆਂ ਹਰਕਤਾਂ ਨੂੰ ਵੇਖ ਕੇ ਇਸ ਦੇ ਪਿਤਾ ਨੇ ਇਸ ਦੀ ਸ਼ਾਦੀ ਕਰਨ ਦਾ ਵਿਚਾਰ ਮਨ ਵਿੱਚ ਲਿਆ ਕੇ ਇੱਕ ਘਰ ਵਿੱਚ ਇਸ ਦਾ ਰਿਸ਼ਤਾ ਪੱਕਾ ਕਰ ਦਿੱਤਾ। ਜਦੋਂ ਸ਼ਾਦੀ ਦਾ ਸਮਾਂ ਆਇਆ ਤਾਂ ਫੇਰਿਆਂ ਦੇ ਸਮੇਂ ਹੀ ਉਸ ਦਾ ਪਤੀ ਮ੍ਰਿਤਿੂ ਨੂੰ ਪ੍ਰਾਪਤ ਹੋ ਗਿਆ। ਫਿਰ ਹੋਰ ਜਗ੍ਹਾ ਰਿਸ਼ਤਾ ਕੀਤਾ ਤਾਂ ਉਹ ਵੀ ਫੇਰਿਆਂ ਦੇ ਸਮੇਂ ਹੀ ਮਰ ਗਿਆ। ਇਸ ਤਰ੍ਹਾਂ ਇਸ ਦੇ 21 ਪਤੀ ਫੇਰਿਆਂ ਦੇ ਸਮੇਂ ਹੀ ਮ੍ਰਿਤਿੂ ਨੂੰ ਪ੍ਰਾਪਤ ਹੋਏ। ਤਾਂ ਵਿਦਵਾਨ ਬ੍ਰਾਹਮਣ ਨੇ ਸੋਚਿਆ ਕਿ ਇਸ ਦਾ ਕੋਈ ਪੂਰਵਲਾ ਪਾਪ ਹੀ ਐਸਾ ਕੀਤਾ ਹੋਇਆ ਹੈ, ਜਿਸ ਕਰਕੇ ਹੁਣ ਇਸ ਨੂੰ ਘਰ ਰੱਖਣਾ ਯੋਗ ਨਹੀਂ। ਸੋ ਬ੍ਰਾਹਮਣ ਨੇ ਇਹ ਲੜਕੀ ਜੰਗਲ ਵਿੱਚ ਛੱਡ ਦਿੱਤੀ ਕਿ ਤੂੰ ਪ੍ਰਭੂ ਦਾ ਨਾਮ ਜਪ ਤਾਂ ਕਿ ਤੇਰੇ ਪਾਪਾਂ ਦੀ ਨਿਵਰਤੀ ਹੋ ਸਕੇ। ਜਦੋਂ ਪਿਤਾ ਨੇ ਇਸ ਨੂੰ ਜੰਗਲ ਵਿੱਚ ਭੇਜ ਦਿੱਤਾ ਤਾਂ ਇਹ ਨਾਮ ਜਪਣ ਦੀ ਥਾਂ 'ਤੇ ਆਪਣੇ ਪਿਤਾ ਨੂੰ ਅਤੇ ਪਰਮਾਤਮਾ ਨੂੰ ਬੁਰਾ ਭਲਾ ਕਹਿਣ ਲੱਗੀ ਅਤੇ ਉੱਚੀ ਉੱਚੀ ਰੋਣ ਲੱਗੀ। ਤਾਂ ਇਸ ਦੇ ਨੇੜੇ ਦਰੱਖਤ ਉੱਤੇ ਇੱਕ ਤੋਤਾ ਤੋਤੀ ਦਾ ਜੋੜਾ ਬੈਠਾ ਸੀ, ਜਿਨ੍ਹਾਂ ਨੂੰ ਪਿਛਲੇ ਜਨਮਾਂ ਦੀ ਗਿਆਤ ਸੀ, ਪਰ ਕਿਸੇ ਪਾਪ ਕਰਕੇ ਇਹ ਜਨਮ ਮਿਲਿਆ ਸੀ। ਇਸ ਨੂੰ ਰੋਂਦੀ ਵੇਖ ਕੇ ਉਹ ਕਹਿਣ ਲੱਗੇ ਕਿ ਜੋ ਤੈਨੂੰ ਇਹ ਦੁੱਖ ਮਿਲਿਆ ਹੈ, ਉਸ ਵਿੱਚ ਪਰਮਾਤਮਾ ਜਾਂ ਤੇਰੇ ਪਿਤਾ ਦਾ ਕੋਈ ਕਸੂਰ ਨਹੀਂ, ਇਹ ਤੇਰੇ ਕਰਮਾਂ ਦਾ ਦੋਸ਼ ਹੈ। ਤਾਂ ਲੜਕੀ ਕਹਿਣ ਲੱਗੀ
कि मैं सारी उम्र कोई अजिहा पाप नहीं किया जिस दी मैनू इतनी वड्डी सज़ा मिले। तां तोते ने कहा कि इस जन्म की गल नहीं, यह तेरे पिछले जन्म विच कीते होए पाप का फल है। तोते ने सारी पिछले जन्म की वार्ता उस लड़की नूं सुणाई। पिछले जन्म विच भी यह एक ब्राह्मण की लड़की सी। जदों यह जवान होई तां इस दे पिता ने इसका विआह कर दिता, पर जदों इसका पिता मर गया तां यह बेविचारन बन गई ते पति का निरादर करके उसनूं घरों कढ़ दिता ते फिर होर इस्त्रियां नूं बेविचारन बनाउण दे भैड़े कर्मां विच लगी रही। इस भैड़े कर्म रूप अग्नि ने कईयां दे घर साड़ दिते, कई सतियां नूं अपने पतियां नालों विछोड़ दिता। इसदा पति जो घरों कढ़िया सी एक चंगे सुभाव वाला ब्राह्मण सी। इस ते तरस करके इसनूं भैड़े कर्म तो रोकण लई घर परत आया कि तू जो भैड़े कर्म करदी है इसका फल लोक परलोक विच बहुत भैड़ा है। मैं अपने पति पत्नी के संबंध नूं मुख रख के तेरे कोल वापस आया हाँ। तेरा पिता एक धर्मी समाज विच सत्कारिया होया पुरुष सी, मेरा भी समाज विच चंगा सत्कार है। क्यों दोनों खानदानां दी इज्जत मिट्टी विच मिलाउण लगी है। इस तरह मन विच कपट रख के उपरों उपरों पति नूं भरोसे विच लै लिया ते ऐसा धोखा किया कि रात नूं खाणे विच जहर मिला के पति नूं मार दिता। जदों धर्मराजे कोल लेखा होया तां इस दे कर्मां अनुसार धर्मराज ने सज़ा दे दिती कि आउंदे जन्म विच पति नूं तरसदी रहेंगी, पति प्राप्त नहीं होवेगा। सो आउंदे जन्म विच ब्राह्मण दी पुत्री बनी। यह जो तेरे पति मरे हन ये ओही पुरुष हन जिन्हां नाल तू पति नूं त्याग के विषय रस नूं मानना कीता। पिछले कर्म अनुसार ही उन्हां दी उम्र इतनी लिखी सी कि वह शादी समय मरदे रहे। तू भी अपने कर्मां दी सज़ा पा रही है। हुण किसी नूं दोष देण ते भी तैनूं पति प्राप्त नहीं होवेगा ते पति तो बिना इसे तरह ही रोंदी रहेगी। बाली रोवै नाहे पतार, नानक दुखिया सब संसार। सो साध संगत जी, अंतरी भाव विच कतक दा महीना मनुखा शरीर है। इस विच कोई किहो जहे कर्मां रूप सूत नूं कतक कतना करदा है, भाव जिहो जहे कर्म कमाउंदा है उसे तरह का ही फल प्राप्त हुंदा है। धर्म शास्त्रां दे कथन अनुसार मन बाणी शरीर द्वारा कीती हुई किरिया का नाम कर्म है, जो दो प्रकार का है, एक विहित ते दूजा अविहित भाव निखिध। जिस कर्म नूं करन दी गुरु या वेद ने आग्या दिती होवे सो विहित कर्म, अते जिस नूं करन दी आग्या ना दिती होवे सो निखिध कर्म है। अगे विहित कर्म चार प्रकार का है। पहला नित कर्म जो हर रोज़ सुते सिद्ध ही करीदे हन, जिवें इशनान करना, नितनेम करना आदि। दूसरा नमित कर्म जिसका सदा विधान ना होवे ते किसी खास समय खास कारण नूं लैके कर्म करना, जिस तरह यज्ञ विआह आदि। तीसरा काम्या कर्म जो किसी खास कामना नूं मुख रख के कर्म किया जाए, जिस तरह करीरी जग मीह पाउण की इच्छा नाल राजे प्रजा पासों कर टैक्स लैके यज्ञ करते सन। चौथा है प्रायश्चित कर्म जो पाप की निवृत्ति लई किया जाए। अगे प्रायश्चित भी दो किस्म का है, सधारण अते असाधारण। सधारण जो जन्मां जन्मांतरां दे कीते होए सारे पापां की निवृत्ति लई कर्म किया जाए सो सधारण प्रायश्चित कर्म है। जिस तरह परमेश्वर का नाम जपना, सेवा करनी, तीर्थ इशनान करना आदि। असाधारण वो हन जो किसी विशेष पाप की निवृत्ति लई किया जाए सो असाधारण प्रायश्चित है। जिस तरह बजर कुरैत होण तो पंजां प्यारियां वालों लाई गई सेवा आदि। ते पंजवां है निखिध कर्म, भैड़े कर्म, ब्रह्म हत्या भाव ब्रह्म ज्ञानी का मारना, चोरी करनी, जीव हत्या करनी, गऊ गरीब ते जुल्म करना, कन्या दे पैसे लैने, कामवश हो के पराए शरीर की संगत करनी आदि जो भैड़े कर्म हैं। सो निखिध कर्म कहीदे हैं जिन्हां दा फल दुख मिलता है। होइयां भुल्लां चुकां दी खिमा बख्शणी जी। दास नूं आग्या दिओ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।